ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਕਰੋਨਾ ਮਹਾਮਾਰੀ ਦੇ ਫੈਲਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਠਠੰਬਰ ਗਿਆ ਸੀ। ਡੰਡੀ ਸਮੁੱਚੀ ਅਰਥ ਵਿਵਸਥਾ ਲੜਖੜਾ ਗਈ ਸੀ। ਡੰਡੀ ਇਸ ਦਾ ਭਿਆਨਕ ਰੂਪ ਸਾਹਮਣੇ ਆਉਣ ਅਤੇ ਮੌਤਾਂ ਦੀ ਦਰ ਦੇ ਅੰਕੜਿਆਂ ਵਿੱਚ ਭਾਰੀ ਵਾਧੇ ਨੇ ਲੋਕਾਂ ਵਿੱਚ ਵੱਡਾ ਸਹਿਮ ਪੈਦਾ ਕਰ ਦਿੱਤਾ ਸੀ। ਡੰਡੀ ਕੁਝ ਸਮਾਂ ਬੀਤਣ ਤੋਂ ਬਾਅਦ ਹਰ ਪੱਖ ਤੋਂ ਹੋਏ ਵੱਡੇ ਨੁਕਸਾਨ ਤੋਂ ਪਿੱਛੋਂ ਇਹ ਹੀ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਜਦੋਂ ਤੱਕ ਇਸ ਭਿਆਨਕ ਮਹਾਮਾਰੀ ਖਿਲਾਫ ਕਿਸੇ ਪ੍ਰਭਾਵਸ਼ਾਲੀ ਟੀਕੇ ਦੀ ਇਜਾਦ ਨਹੀਂ ਹੁੰਦੀ, ਉਦੋਂ ਤੱਕ ਪੈਦਾ ਹੋਇਆ ਦੁਖਾਂਤ ਬਣਿਆ ਰਹੇਗਾ। ਡੰਡੀ ਦੁਨੀਆ ਭਰ ਦੇ ਦੇਸ਼ਾਂ ਅਤੇ ਵਿਗਿਆਨੀਆਂ ਨੇ ਟੀਕੇ ਦੀ ਪ੍ਰਾਪਤੀ ਲਈ ਪੂਰੀ ਵਾਹ ਲਾਈ। ਡੰਡੀ ਅਖੀਰ ਉਹਨਾਂ ਨੇ ਇਸ ਖੇਤਰ ਵਿੱਚ ਸਫਲਤਾ ਮਿਲਣ ਲੱਗੀ। ਡੰਡੀ ਇਸ ਵਿੱਚ ਰੂਸ, ਚੀਨ, ਅਮਰੀਕਾ, ਬਰਤਾਨੀਆ ਆਦਿ ਦੇਸ਼ ਅੱਗੇ ਵਧੇ। ਡੰਡੀ ਲਗਾਤਾਰ ਤਜਰਬੇ ਕੀਤੇ ਜਾਂਦੇ ਰਹੇ ਅਤੇ ਵੱਖ-ਵੱਖ ਟੀਕਿਆਂ ਦੀ ਮਹਾਨ ਇਜਾਦ ਦੁਨੀਆ ਦੇ ਸਾਹਮਣੇ ਆਈ। ਡੰਡੀ ਪਹਿਰਾ ਭਾਰਤ ਗੁਰਬਤ ਮਾਰਿਆ ਅਤੇ ਵੱਡੀ ਆਬਾਦੀ ਵਾਲਾ ਦੇਸ਼ ਹੈ। ਡੰਡੀ ਇਸ ਲਈ ਇਸ ਦੀਆਂ ਸਮੱਸਿਆਵਾਂ ਅਨੇਕ ਹਨ। ਡੰਡੀ ਪਹਿਲਾਂ ਤਾਂ ਜਾਪਦਾ ਸੀ ਕਿ ਇਸ ਲਈ ਇਸ ਖੇਤਰ ਵਿੱਚ ਪ੍ਰਾਪਤੀ ਕਰਨੀ ਬੇਹੱਦ ਮੁਸ਼ਕਲ ਹੋਵੇਗੀ, ਪਰ ਇਹ ਵੱਡੀ ਸੰਤੁਸ਼ਟੀ ਵਾਲੀ ਗੱਲ ਰਹੀ ਕਿ ਭਾਰਤ ਬਾਇਓਟੈਕ ਕੰਪਨੀ ਦੀ ਕੋਵੈਕਸਿਨ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਕੋਵਿਸ਼ੀਲਡ ਟੀਕਿਆਂ ਦੀ ਇਜਾਦ ਨੇ ਇੱਕ ਵੱਡੀ ਤਬਦੀਲੀ ਲਿਆਂਦੀ। ਡੰਡੀ ਦੇਸ਼ ਵਿੱਚ ਬਣੇ ਇਨ੍ਹਾਂ ਟੀਕਿਆਂ ਦੇ ਪ੍ਰਭਾਵਸ਼ਾਲੀ ਰੋਲ ਨੇ ਲੋਕ ਮਨਾਂ ਤੇ ਜਾਦੂਈ ਅਸਰ ਕੀਤਾ। ਡੰਡੀ ਦੇਸ਼ ਵਿੱਚ ਇਸੇ ਸਾਲ 16 ਜਨਵਰੀ ਤੋਂ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਪਹਿਲਾਂ ਸਿਹਤ ਕਰਮੀਆਂ ਅਤੇ ਪਹਿਲੀ ਕਤਾਰ ਵਿੱਚ ਸਰਗਰਮ ਵਿਅਕਤੀਆਂ ਦੇ ਟੀਕੇ ਲਗਾਏ ਗਏ ਤੇ ਉਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਟੀਕੇਕਰਨ ਦੀ ਮੁਹਿੰਮ ਆਰੰਭੀ ਗਈ। ਡੰਡੀ ਇਸ ਦੇ ਨਾਲ-ਨਾਲ ਟੀਕਾ ਕੇਂਦਰਾਂ ਵਿੱਚ ਵੀ ਵਾਧਾ ਕੀਤਾ ਜਾਂਦਾ ਰਿਹਾ। ਡੰਡੀ ਅੱਜ ਇਹਨਾਂ ਦੀ ਸੰਖਿਆ 65,000 ਤੋਂ ਉੱਪਰ ਹੈ। ਡੰਡੀ ਇਸ ਮੁਹਿੰਮ ਦੀ ਸ਼ੁਰੂਆਤ ਵਿੱਚ ਬੇਹੱਦ ਮੁਸ਼ਕਿਲਾਂ ਸਾਹਮਣੇ ਆਈਆਂ। ਡੰਡੀ ਟੀਕਿਆਂ ਦੀ ਘਾਟ, ਇਹਨਾਂ ਦੀ ਵੰਡ ਅਤੇ ਇਹਨਾਂ ਨੂੰ ਲਗਾਉਣ ਵਿੱਚ ਪਹਿਲ ਤਾਂ ਇੱਕ ਤਰ੍ਹਾਂ ਦਾ ਹੜਕੰਪ ਮਚ ਗਿਆ ਸੀ। ਡੰਡੀ ਦੇਸ਼ ਦੀ 1 ਅਰਬ 30 ਕਰੋੜ ਦੇ ਕਰੀਬ ਆਬਾਦੀ ਲਈ ਇਹ ਕੰਮ ਬੇਹੱਦ ਮੁਸ਼ਕਿਲ ਸੀ। ਡੰਡੀ ਟੀਕਿਆਂ ਦੀ ਕੀਮਤ ਨੂੰ ਲੈ ਕੇ ਵੱਡੀ ਬਹਿਸ ਤੇ ਆਲੋਚਨਾ ਹੁੰਦੀ ਰਹੀ। ਡੰਡੀ 2 ਖੁਰਾਕਾਂ ਵਿਚਾਲੇ ਦਿਨਾਂ ਦੇ ਅੰਤਰ ਨੂੰ ਲੈ ਕੇ
भी लगातार चर्चा चलती रही, पर ये गल जरूर संतुष्टि स्टॉप। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਕਰੋਨਾ ਮਹਾਮਾਰੀ ਦੇ ਫੈਲਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਠਠੰਬਰ ਗਿਆ ਸੀ। ਡੰਡੀ ਸਮੁੱਚੀ ਅਰਥ ਵਿਵਸਥਾ ਲੜਖੜਾ ਗਈ ਸੀ। ਡੰਡੀ ਇਸ ਦਾ ਭਿਆਨਕ ਰੂਪ ਸਾਹਮਣੇ ਆਉਣ ਅਤੇ ਮੌਤਾਂ ਦੀ ਦਰ ਦੇ ਅੰਕੜਿਆਂ ਵਿੱਚ ਭਾਰੀ ਵਾਧੇ ਨੇ ਲੋਕਾਂ ਵਿੱਚ ਵੱਡਾ ਸਹਿਮ ਪੈਦਾ ਕਰ ਦਿੱਤਾ ਸੀ। ਡੰਡੀ ਕੁਝ ਸਮਾਂ ਬੀਤਣ ਤੋਂ ਬਾਅਦ ਹਰ ਪੱਖ ਤੋਂ ਹੋਏ ਵੱਡੇ ਨੁਕਸਾਨ ਤੋਂ ਪਿੱਛੋਂ ਇਹੀ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਜਦੋਂ ਤੱਕ ਇਸ ਭਿਆਨਕ ਮਹਾਮਾਰੀ ਖਿਲਾਫ ਕਿਸੇ ਪ੍ਰਭਾਵਸ਼ਾਲੀ ਟੀਕੇ ਦੀ ਇਜਾਦ ਨਹੀਂ ਹੁੰਦੀ, ਉਦੋਂ ਤੱਕ ਪੈਦਾ ਹੋਇਆ ਦੁਖਾਂਤ ਬਣਿਆ ਰਹੇਗਾ। ਡੰਡੀ ਦੁਨੀਆ ਭਰ ਦੇ ਦੇਸ਼ਾਂ ਅਤੇ ਵਿਗਿਆਨੀਆਂ ਨੇ ਟੀਕੇ ਦੀ ਪ੍ਰਾਪਤੀ ਲਈ ਪੂਰੀ ਵਾਹ ਲਾਈ। ਡੰਡੀ ਅਖੀਰ ਉਹਨਾਂ ਨੂੰ ਇਸ ਖੇਤਰ ਵਿੱਚ ਸਫਲਤਾ ਮਿਲਣ ਲੱਗੀ। ਡੰਡੀ ਇਸ ਵਿੱਚ ਰੂਸ, ਚੀਨ, ਅਮਰੀਕਾ, ਬਰਤਾਨੀਆ ਆਦਿ ਦੇਸ਼ ਅੱਗੇ ਵਧੇ। ਡੰਡੀ ਲਗਾਤਾਰ ਤਜਰਬੇ ਕੀਤੇ ਜਾਂਦੇ ਰਹੇ ਅਤੇ ਵੱਖ-ਵੱਖ ਟੀਕਿਆਂ ਦੀ ਮਹਾਨ ਇਜਾਦ ਦੁਨੀਆ ਦੇ ਸਾਹਮਣੇ ਆਈ। ਡੰਡੀ ਪਹਿਰਾ ਭਾਰਤ ਗੁਰਬਤ ਮਾਰਿਆ ਅਤੇ ਵੱਡੀ ਆਬਾਦੀ ਵਾਲਾ ਦੇਸ਼ ਹੈ। ਡੰਡੀ ਇਸ ਲਈ ਇਸ ਦੀਆਂ ਸਮੱਸਿਆਵਾਂ ਅਨੇਕ ਹਨ। ਡੰਡੀ ਪਹਿਲਾਂ ਤਾਂ ਜਾਪਦਾ ਸੀ ਕਿ ਇਸ ਲਈ ਇਸ ਖੇਤਰ ਵਿੱਚ ਪ੍ਰਾਪਤੀ ਕਰਨੀ ਬੇਹੱਦ ਮੁਸ਼ਕਿਲ ਹੋਵੇਗੀ, ਪਰ ਇਹ ਵੱਡੀ ਸੰਤੁਸ਼ਟੀ ਵਾਲੀ ਗੱਲ ਰਹੀ ਕਿ ਭਾਰਤ ਬਾਇਓਟੈਕ ਕੰਪਨੀ ਦੀ ਕੋਵੈਕਸਿਨ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਕੋਵਿਸ਼ੀਲਡ ਟੀਕਿਆਂ ਦੀ ਇਜਾਦ ਨੇ ਇੱਕ ਵੱਡੀ ਤਬਦੀਲੀ ਲਿਆਂਦੀ। ਡੰਡੀ ਦੇਸ਼ ਵਿੱਚ ਬਣੇ ਇਹਨਾਂ ਟੀਕਿਆਂ ਦੇ ਪ੍ਰਭਾਵਸ਼ਾਲੀ ਰੋਲ ਨੇ ਲੋਕ ਮਨਾਂ ਤੇ ਜਾਦੂਈ ਅਸਰ ਕੀਤਾ। ਡੰਡੀ ਦੇਸ਼ ਵਿੱਚ ਇਸੇ ਸਾਲ 16 ਜਨਵਰੀ ਤੋਂ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਪਹਿਲਾਂ ਸਿਹਤ ਕਰਮੀਆਂ ਅਤੇ ਪਹਿਲੀ ਕਤਾਰ ਵਿੱਚ ਸਰਗਰਮ ਵਿਅਕਤੀਆਂ ਦੇ ਟੀਕੇ ਲਗਾਏ ਗਏ ਤੇ ਉਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਟੀਕਾਕਰਨ ਦੀ ਮੁਹਿੰਮ ਆਰੰਭੀ ਗਈ। ਡੰਡੀ ਇਸ ਦੇ ਨਾਲ-ਨਾਲ ਟੀਕਾ ਕੇਂਦਰਾਂ ਵਿੱਚ ਵੀ ਵਾਧਾ ਕੀਤਾ ਜਾਂਦਾ ਰਿਹਾ। ਡੰਡੀ ਅੱਜ ਇਹਨਾਂ ਦੀ ਸੰਖਿਆ 65,000 ਤੋਂ ਉੱਪਰ ਹੈ। ਡੰਡੀ ਇਸ ਮੁਹਿੰਮ ਦੀ ਸ਼ੁਰੂਆਤ ਵਿੱਚ ਬੇਹੱਦ ਮੁਸ਼ਕਿਲਾਂ ਆਈਆਂ। ਡੰਡੀ ਟੀਕਿਆਂ ਦੀ ਘਾਟ, ਇਹਨਾਂ ਦੀ ਵੰਡ ਅਤੇ ਇਹਨਾਂ ਨੂੰ ਲਗਾਉਣ ਵਿੱਚ ਪਹਿਲ ਤਾਂ ਇੱਕ ਤਰ੍ਹਾਂ ਦਾ ਹੜਕੰਪ ਮਚ ਗਿਆ ਸੀ। ਡੰਡੀ ਦੇਸ਼ ਦੀ 1 ਅਰਬ 30 ਕਰੋੜ ਦੇ ਕਰੀਬ ਆਬਾਦੀ ਲਈ ਇਹ ਕੰਮ ਬੇਹੱਦ ਮੁਸ਼ਕਿਲ ਸੀ। ਡੰਡੀ ਟੀਕਿਆਂ ਦੀ ਕੀਮਤ ਨੂੰ ਲੈ ਕੇ ਵੱਡੀ ਬਹਿਸ ਤੇ ਆਲੋਚਨਾ ਹੁੰਦੀ ਰਹੀ। ਡੰਡੀ 2 ਖੁਰਾਕਾਂ ਵਿਚਾਲੇ ਦਿਨਾਂ ਦੇ ਅੰਤਰ ਨੂੰ ਲੈ ਕੇ ਵੀ ਲਗਾਤਾਰ ਚਰਚਾ ਚਲਦੀ ਰਹੀ, ਪਰ ਇਹ ਗੱਲ ਜ਼ਰੂਰ ਸੰਤੁਸ਼ਟੀ ਵਾਲੀ ਸੀ ਕਿ ਟੀਕਾਕਰਨ ਨੂੰ ਲੈ ਕੇ ਲੋਕਾਂ ਵਿੱਚ ਇਹ ਵਿਸ਼ਵਾਸ ਬਣ ਗਿਆ ਕਿ ਟੀਕਾ ਲਗਵਾਉਣਾ
ਇੱਕ ਸੁਰੱਖਿਆ ਛਤਰੀ ਹਾਸਲ ਕਰਨ ਵਾਲੀ ਗੱਲ ਹੈ ਡੰਡੀ। ਇਸ ਨਾਲ ਜਿੱਥੇ ਬਿਮਾਰੀ ਦੀ ਗੰਭੀਰਤਾ ਘਟੀ ਉੱਥੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਘਟਦੀ ਗਈ। ਡੰਡੀ ਉੱਤਰ ਪ੍ਰਦੇਸ਼ ਮਹਾਰਾਸ਼ਟਰ ਸਟੋਪ। ਵੈਲਕਮ ਪੰਜਾਬੀ shorthand.com। ਵੀ ਰੈਡੀ ਸਟਾਰਟ। ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਠਠੰਬਰ ਗਿਆ ਸੀ। ਡੰਡੀ ਸਮੁੱਚੀ ਅਰਥ ਵਿਵਸਥਾ ਲੜਖੜਾ ਗਈ ਸੀ। ਡੰਡੀ ਇਸ ਦਾ ਭਿਆਨਕ ਰੂਪ ਸਾਹਮਣੇ ਆਉਣ ਅਤੇ ਮੌਤਾਂ ਦੀ ਦਰ ਦੇ ਅੰਕੜਿਆਂ ਵਿੱਚ ਭਾਰੀ ਵਾਧੇ ਨੇ ਲੋਕਾਂ ਵਿੱਚ ਵੱਡਾ ਸਹਿਮ ਪੈਦਾ ਕਰ ਦਿੱਤਾ ਸੀ। ਡੰਡੀ ਕੁਝ ਸਮਾਂ ਬੀਤਣ ਤੋਂ ਬਾਅਦ ਹਰ ਪੱਖ ਤੋਂ ਹੋਏ ਵੱਡੇ ਨੁਕਸਾਨ ਤੋਂ ਪਿੱਛੋਂ ਇਹ ਹੀ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਜਦੋਂ ਤੱਕ ਇਸ ਭਿਆਨਕ ਮਹਾਮਾਰੀ ਖਿਲਾਫ ਕਿਸੇ ਪ੍ਰਭਾਵਸ਼ਾਲੀ ਟੀਕੇ ਦੀ ਇਜਾਦ ਨਹੀਂ ਹੁੰਦੀ ਉਦੋਂ ਤੱਕ ਪੈਦਾ ਹੋਇਆ ਦੁਖਾਂਤ ਬਣਿਆ ਰਹੇਗਾ। ਡੰਡੀ ਦੁਨੀਆ ਭਰ ਦੇ ਦੇਸ਼ਾਂ ਅਤੇ ਵਿਗਿਆਨੀਆਂ ਨੇ ਟੀਕੇ ਦੀ ਪ੍ਰਾਪਤੀ ਲਈ ਪੂਰੀ ਵਾਹ ਲਾਈ। ਡੰਡੀ ਅਖੀਰ ਉਹਨਾਂ ਨੂੰ ਇਸ ਖੇਤਰ ਵਿੱਚ ਸਫਲਤਾ ਮਿਲਣ ਲੱਗੀ। ਡੰਡੀ ਇਸ ਵਿੱਚ ਰੂਸ, ਚੀਨ, ਅਮਰੀਕਾ, ਬਰਤਾਨੀਆ ਆਦਿ ਦੇਸ਼ ਅੱਗੇ ਵਧੇ। ਡੰਡੀ ਲਗਾਤਾਰ ਤਜਰਬੇ ਕੀਤੇ ਜਾਂਦੇ ਰਹੇ ਅਤੇ ਵੱਖ-ਵੱਖ ਟੀਕਿਆਂ ਦੀ ਮਹਾਨ ਇਜਾਦ ਦੁਨੀਆ ਦੇ ਸਾਹਮਣੇ ਆਈ। ਡੰਡੀ ਪਹਿਰਾ ਭਾਰਤ ਗੁਰਬਤ ਮਾਰਿਆ ਅਤੇ ਵੱਡੀ ਆਬਾਦੀ ਵਾਲਾ ਦੇਸ਼ ਹੈ। ਡੰਡੀ ਇਸ ਲਈ ਇਸ ਦੀਆਂ ਸਮੱਸਿਆਵਾਂ ਅਨੇਕ ਹਨ। ਡੰਡੀ ਪਹਿਲਾਂ ਤਾਂ ਜਾਪਦਾ ਸੀ ਕਿ ਇਸ ਲਈ ਇਸ ਖੇਤਰ ਵਿੱਚ ਪ੍ਰਾਪਤੀ ਕਰਨੀ ਬੇਹੱਦ ਮੁਸ਼ਕਿਲ ਹੋਵੇਗੀ, ਪਰ ਇਹ ਵੱਡੀ ਸੰਤੁਸ਼ਟੀ ਵਾਲੀ ਗੱਲ ਰਹੀ ਕਿ ਭਾਰਤ ਬਾਇਓਟੈਕ ਕੰਪਨੀ ਦੀ ਕੋਵੈਕਸਿਨ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਕੋਵਿਸ਼ੀਲਡ ਟੀਕਿਆਂ ਦੀ ਇਜਾਦ ਨੇ ਇੱਕ ਵੱਡੀ ਤਬਦੀਲੀ ਲਿਆਂਦੀ। ਡੰਡੀ ਦੇਸ਼ ਵਿੱਚ ਬਣੇ ਇਹਨਾਂ ਟੀਕਿਆਂ ਦੇ ਪ੍ਰਭਾਵਸ਼ਾਲੀ ਰੋਲ ਨੇ ਲੋਕ ਮਨਾਂ ਤੇ ਜਾਦੂਈ ਅਸਰ ਕੀਤਾ। ਡੰਡੀ ਦੇਸ਼ ਵਿੱਚ ਇਸ ਸਾਲ 16 ਜਨਵਰੀ ਤੋਂ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਪਹਿਲਾਂ ਸਿਹਤ ਕਰਮੀਆਂ ਅਤੇ ਪਹਿਲੀ ਕਤਾਰ ਵਿੱਚ ਸਰਗਰਮ ਵਿਅਕਤੀਆਂ ਦੇ ਟੀਕੇ ਲਗਾਏ ਗਏ ਤੇ ਉਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਟੀਕਾਕਰਨ ਦੀ ਮੁਹਿੰਮ ਆਰੰਭੀ ਗਈ। ਡੰਡੀ ਇਸ ਦੇ ਨਾਲ-ਨਾਲ ਟੀਕਾ ਕੇਂਦਰਾਂ ਵਿੱਚ ਵੀ ਵਾਧਾ ਕੀਤਾ ਜਾਂਦਾ ਰਿਹਾ। ਡੰਡੀ ਅੱਜ ਇਹਨਾਂ ਦੀ ਸੰਖਿਆ 65,000 ਤੋਂ ਉੱਪਰ ਹੈ। ਡੰਡੀ ਇਸ ਮੁਹਿੰਮ ਦੀ ਸ਼ੁਰੂਆਤ ਵਿੱਚ ਬੇਹੱਦ ਮੁਸ਼ਕਿਲਾਂ ਸਾਹਮਣੇ ਆਈਆਂ। ਡੰਡੀ ਟੀਕਿਆਂ ਦੀ ਘਾਟ, ਇਹਨਾਂ ਦੀ ਵੰਡ ਅਤੇ ਇਹਨਾਂ ਨੂੰ ਲਗਾਉਣ ਵਿੱਚ ਪਹਿਲ ਤਾਂ ਇੱਕ ਤਰ੍ਹਾਂ ਦਾ ਹੜਕੰਪ ਮਚ ਗਿਆ ਸੀ। ਡੰਡੀ ਦੇਸ਼ ਦੀ 1 ਅਰਬ 30 ਕਰੋੜ ਦੇ ਕਰੀਬ ਆਬਾਦੀ ਲਈ ਇਹ ਕੰਮ ਬੇਹੱਦ ਮੁਸ਼ਕਿਲ ਸੀ। ਡੰਡੀ ਟੀਕਿਆਂ ਦੀ ਕੀਮਤ ਨੂੰ ਲੈ ਕੇ ਵੱਡੀ ਬਹਿਸ ਤੇ ਆਲੋਚਨਾ ਹੁੰਦੀ ਰਹੀ। ਡੰਡੀ 2 ਖੁਰਾਕਾਂ ਵਿਚਾਲੇ ਦਿਨਾਂ ਦੇ ਅੰਤਰ ਨੂੰ ਲੈ ਕੇ ਵੀ ਲਗਾਤਾਰ ਚਰਚਾ ਚੱਲਦੀ ਰਹੀ, ਪਰ ਇਹ ਗੱਲ ਜ਼ਰੂਰ ਸੰਤੁਸ਼ਟੀ ਵਾਲੀ ਸੀ ਕਿ ਟੀਕਾਕਰਨ ਨੂੰ ਲੈ ਕੇ ਲੋਕਾਂ ਵਿੱਚ ਇਹ ਵਿਸ਼ਵਾਸ ਬਣ ਗਿਆ ਕਿ ਟੀਕਾ ਲਗਵਾਉਣਾ ਇੱਕ ਸੁਰੱਖਿਆ ਛਤਰੀ ਹਾਸਲ ਕਰਨ ਵਾਲੀ ਗੱਲ ਹੈ। ਡੰਡੀ ਇਸ ਨਾਲ ਜਿੱਥੇ ਬਿਮਾਰੀ ਦੀ ਗੰਭੀਰਤਾ ਘਟੀ ਉੱਥੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਘਟਦੀ ਗਈ। ਡੰਡੀ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਗੁਜਰਾਤ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਨੇ ਟੀਕਾਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ। ਡੰਡੀ ਅੱਜ ਇਸ ਗੱਲ ਨੂੰ ਦੇਸ਼ ਲਈ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਕਿ ਟੀਕਾਕਰਨ ਦੀ ਇਸ ਮੁਹਿੰਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਡੰਡੀ ਦੇਸ਼ ਦੀ ਆਬਾਦੀ ਵਧੇਰੇ ਹੈ, ਇਸ ਲਈ ਇਸ ਵਿੱਚ ਪੂਰੀ ਸਫਲਤਾ ਲਈ ਹਾਲੇ ਹੋਰ ਵੀ ਤੇਜ਼ੀ ਨਾਲ
ਕੰਮ ਕਰਨ ਦੀ ਜ਼ਰੂਰਤ ਹੈ। ਡੈਂਡੀ ਪੈਰਾ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਪਾਏ ਜਾਂਦੇ ਟੀਕੇ ਪ੍ਰਤੀ ਭਰਮ ਭੁਲੇਖੇ ਦੂਰ ਕੀਤੇ ਜਾਣੇ ਅਜੇ ਬਾਕੀ ਹਨ। ਡੈਂਡੀ ਹਾਲੇ 2 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ